स्टूडेंट्स हाउ आर यू वेलकम टू योर बॉटनी लैक्चर। बेटा ਆਪਾਂ ਸਟਾਰਟ ਕੀਤਾ ਸੀ ਇਕੋਸਿਸਟਮ। ਉਹਦੇ ਵਿੱਚ ਆਪਾਂ ਅੱਜ ਪੜਾਂਗੇ ਇਕੋਲੋਜੀਕਲ ਪਿਰਾਮਿਡਸ। ਇਕੋਲੋਜੀਕਲ ਪਿਰਾਮਿਡਸ ਕੀ ਹੁੰਦੇ ਆ? ਗ੍ਰਾਫਿਕਲ ਜਾਂ ਡਾਇਗਰਾਮੈਟਿਕਲ ਰਿਪਰੈਜ਼ੈਂਟੇਸ਼ਨ ਆਫ ਨੰਬਰ ਜਾਂ એનર્ਜੀ ਜਾਂ ਬਾਇਓਮਾਸ ਐਟ ਈਚ ਟ੍ਰੋਫਿਕ ਲੈਵਲ, ਉਹਨੂੰ ਅਸੀਂ ਕਹਿੰਦੇ ਇਕੋਲੋਜੀਕਲ ਪਿਰਾਮਿਡ। ਇਹ ਕਈ ਤਰ੍ਹਾਂ ਦੇ ਹੋ ਸਕਦੇ ਆ, ਪਿਰਾਮਿਡ ਆਫ ਨੰਬਰ, ਬਾਇਓਮਾਸ, એનર્ਜੀ। ਪਹਿਲਾਂ ਆਪਾਂ ਪੜ੍ਹਦੇ ਹਾਂ ਪਿਰਾਮਿਡ ਆਫ ਨੰਬਰ। ਜੇ ਬੇਟਾ ਅਸੀਂ ਗ੍ਰਾਸਲੈਂਡ ਈਕੋਸਿਸਟਮ 'ਚ ਦੇਖੀਏ ਤਾਂ ਇਹ ਕੀ ਆ? ਪ੍ਰੋਡਿਊਸਰਸ 'ਤੇ ਡਿਪੈਂਡੈਂਟ ਹੁੰਦੇ ਆ ਹਰਬੀਵੋਰਸ ਨੂੰ ਖਾਂਦੇ ਆ ਪ੍ਰਾਇਮਰੀ ਕਾਰਨੀਵੋਰਸ, ਪ੍ਰਾਇਮਰੀ ਨੂੰ ਸੈਕੰਡਰੀ ਅਤੇ ਸੈਕੰਡਰੀ ਨੂੰ ਟੌਪ ਕਾਰਨੀਵੋਰਸ। ਹੁਣ ਜਿਵੇਂ ਜਿਵੇਂ ਅਸੀਂ ਫੂਡ ਚੇਨ 'ਚ ਉੱਪਰ ਵਧਾਂਗੇ ਹਰ ਟ੍ਰੋਫਿਕ ਲੈਵਲ 'ਤੇ ਨੰਬਰ ਆਫ ਆਰਗੈਨਿਜ਼ਮਸ ਜਿਹੜੇ ਆ ਉਹ ਘਟੀ ਜਾਣੇ ਆ। ਇਸ ਕਰਕੇ ਗ੍ਰਾਸਲੈਂਡ ਈਕੋਸਿਸਟਮ ਦੇ ਵਿੱਚ ਹਮੇਸ਼ਾ ਪਿਰਾਮਿਡ ਆਫ ਨੰਬਰ ਜਿਹੜਾ ਆ ਉਹ ਅਪਰਾਈਟ ਹੁੰਦਾ ਆ। ਲੇਕਿਨ ਦੂਸਰੀ ਤਰਫ ਜੇ ਅਸੀਂ ਗੱਲ ਕਰੀਏ ਪੌਂਡ ਈਕੋਸਿਸਟਮ ਦੀ, ਅਤੇ ਪੌਂਡ ਈਕੋਸਿਸਟਮ ਦੇ ਵਿੱਚ ਵੀ ਸੇਮ ਹੁੰਦਾ ਆ ਕਿ ਬਹੁਤ ਸਾਰੇ ਪ੍ਰੋਡਿਊਸਰਸ ਫਾਈਟੋਪਲੈਂਕਟਨਸ, ਯੂ ਪਲੈਂਕਟਨਸ ਨੂੰ ਕਾਰਨੀਵੋਰਸ ਖਾਂਦੇ ਆ ਪ੍ਰਾਇਮਰੀ ਨੂੰ ਸੈਕੰਡਰੀ ਅਤੇ ਕਾਰਨੀਵੋਰਸ, ਅਤੇ ਸੈਕੰਡਰੀ ਨੂੰ ਟੌਪ ਕਾਰਨੀਵੋਰਸ। ਅਤੇ ਜਿਵੇਂ ਜਿਵੇਂ ਇਹਨਾਂ ਨੇ ਅੱਗੇ ਵਧੀ ਜਾਣਾ ਆ ਨੰਬਰ ਆਫ ਇੰਡੀਵਿਜੂਅਲ ਆਰਗੈਨਿਜ਼ਮਸ ਘਟੀ ਜਾਣੇ ਆ ਹਰ ਟ੍ਰੋਫਿਕ ਲੈਵਲ 'ਤੇ, ਅਤੇ ਪਿਰਾਮਿਡ ਆਫ ਨੰਬਰ ਪੌਂਡ ਈਕੋਸਿਸਟਮ ਦੇ ਵਿੱਚ ਵੀ ਅਪਰਾਈਟ ਹੋਣਾ ਆ। ਲੇਕਿਨ ਅਗਰ ਫੋਰੈਸਟ ਦੀ ਗੱਲ ਕਰੀਏ ਜਾਂ ਫਿਰ ਅਸੀਂ ਪੈਰਾਸਿਟਿਕ ਫੂਡ ਚੇਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬੇਟਾ ਫੋਰੈਸਟ ਦੇ ਵਿੱਚ ਜਿਹੜਾ ਪਿਰਾਮਿਡ ਹੈਗਾ ਆ ਨੰਬਰ, ਉਹ ਨਾ ਤਾਂ ਅਪਰਾਈਟ ਹੁੰਦਾ ਆ, ਨਾ ਪੁੱਠਾ ਇਨਵਰਟਡ ਹੁੰਦਾ ਆ, ਬਲਕਿ ਉਹ ਸਪਿੰਡਲ ਸ਼ੇਪਡ ਹੁੰਦਾ ਆ। ਹੁਣ ਸਪਿੰਡਲ ਸ਼ੇਪ ਦਾ ਮਤਲਬ ਕਿ ਆ ਦੇਖੋ, ਇੱਕ ਟਰੀ ਜਾਂ ਦੋ ਟਰੀ ਜਿਹੜੇ ਆ ਉੱਤੇ ਬਹੁਤ ਸਾਰੇ ਹਰਬੀਵੋਰਸ ਲਾਈਕ ਮੰਕੀਜ਼ ਹੋ ਗਏ, ਦੈਨ ਬਰਡਸ ਹੋ ਗਏ, ਹੈ ਨਾ। ਇਸ ਤਰ੍ਹਾਂ ਕਈ ਹਰਬੀਵੋਰਸ ਜਿਹੜੇ ਉਹ ਡਿਪੈਂਡੈਂਟ ਹੁੰਦੇ ਆ। ਤਾਂ ਓਬਵੀਅਸ ਹੈ ਕਿ ਪ੍ਰੋਡਿਊਸਰਸ ਨਾਲੋਂ ਹਰਬੀਵੋਰਸ ਦੇ ਨੰਬਰ ਜ਼ਿਆਦਾ ਹੁੰਦੇ ਆ। ਇਹਨਾਂ ਨੂੰ ਖਾਣ ਵਾਲੇ ਕਾਰਨੀਵੋਰਸ ਜਿਹੜੇ ਆ ਉਹ ਫਿਰ ਘੱਟ ਹੁੰਦੇ ਆ ਉਹਨਾਂ ਦੇ ਨੰਬਰ। ਦੈਟਸ ਵਾਈ ਤਾਂ ਜਿਹੜਾ ਪਿਰਾਮਿਡ ਫੋਰੈਸਟ ਇਕੋਸਿਸਟਮ ਦੇ ਵਿੱਚ ਆ ਉਹ ਸਪਿੰਡਲ ਸ਼ੇਪਡ ਹੁੰਦਾ ਆ, ਇਹ ਤੁਸੀਂ ਯਾਦ ਰੱਖਣਾ ਆ। ਔਰ ਲੇਕਿਨ ਅਸੀਂ ਪੈਰਾਸਾਈਟਸ ਦੀ ਗੱਲ ਕਰੀਏ ਤਾਂ ਇੱਕ ਟਰੀ 'ਤੇ ਬਹੁਤ ਸਾਰੇ ਹਰਬੀਵੋਰਸ ਖਾਂਦੇ ਆ ਉਹਨੂੰ, ਇੱਕ ਟਰੀ ਨੂੰ। ਇਹਨਾਂ 'ਤੇ ਹਰਬੀਵੋਰਸ ਨੂੰ ਬਹੁਤ ਸਾਰੇ ਪੈਰਾਸਾਈਟਸ ਖਾਂਦੇ ਆ, ਔਰ ਪੈਰਾਸਾਈਟਸ ਨੂੰ ਵੀ ਹਾਈਪਰ ਪੈਰਾਸਾਈਟਸ ਬਹੁਤ ਜ਼ਿਆਦਾ ਖਾਂਦੇ ਆ। ਇਸ ਕਰਕੇ ਜਿਵੇਂ ਜਿਵੇਂ ਉੱਪਰ ਵਧੀ ਜਾਣੀ ਆ ਫੂਡ ਚੇਨ ਜਾਂ ਟ੍ਰੋਫਿਕ ਲੈਵਲਸ ਵਧੀ ਜਾਣੇ ਆ, ਤਾਂ ਪਿਰਾਮਿਡ ਆਫ ਜਿਹੜੇ ਨੰਬਰ ਆਫ ਆਰਗੈਨਿਜ਼ਮਸ ਆ ਇਹਦੇ ਵਿੱਚ ਪੈਰਾਸਿਟਿਕ ਫੂਡ ਚੇਨ ਦੇ ਵਿੱਚ ਨੰਬਰ ਆਫ ਆਰਗੈਨਿਜ਼ਮਸ ਹਰ ਟ੍ਰੋਫਿਕ ਲੈਵਲ 'ਤੇ ਵਧੀ ਜਾਣੇ ਆ। ਇਸ ਕਰਕੇ ਇਹ ਪਿਰਾਮਿਡ ਜਿਹੜਾ ਆ ਇਨਵਰਟਡ ਹੁੰਦਾ ਆ। ਇਹ ਦੋਨੋਂ ਸਪੈਸ਼ਲ ਕੰਡੀਸ਼ਨਸ ਆ, ਇਹ ਤੁਸੀਂ ਯਾਦ ਰੱਖਣੀ ਆ। ਫਿਰ ਅਸੀਂ ਪੜ੍ਹਦੇ ਹਾਂ ਪਿਰਾਮਿਡ ਆਫ ਬਾਇਓਮਾਸ। ਅਤੇ ਬੇਟੇ ਬਾਇਓਮਾਸ ਕੀ ਹੁੰਦਾ ਆ? ਲਿਵਿੰਗ ਮੈਟਰ ਜਿਹੜਾ ਪ੍ਰੈਜ਼ੈਂਟ ਹੁੰਦਾ ਹੈ ਕਿਸੇ ਵੀ ਆਰਗੈਨਿਜ਼ਮ ਦੇ ਵਿੱਚ। ਤਾਂ ਹੁਣ ਜੇ ਅਸੀਂ ਗੱਲ ਕਰੀਏ ਲਿਵਿੰਗ ਮੈਟਰ ਨੂੰ, ਹੁਣ ਪਲਾਂਟਸ 'ਚ ਤਾਂ ਫਾਈਂਡ ਕਰਨਾ ਈਜ਼ੀ ਆ। ਵੈਸੇ ਤਾਂ ਜਿਹੜੇ ਇਕੋਲੋਜਿਸਟ ਆ ਜਿਨ੍ਹਾਂ ਨੇ ਇਹੀ ਸਪੈਸ਼ਲਾਈਜੇਸ਼ਨ ਲਈ ਆ ਉਹ ਤਾਂ ਹਰ ਟ੍ਰੋਫਿਕ ਲੈਵਲ ਦੀ ਬਾਇਓਮਾਸ ਜਿਹੜਾ ਫਾਈਂਡ ਕਰ ਲੈਂਦੇ ਆ। ਪਲਾਂਟਸ ਤਾਂ ਇੱਦਾਂ ਈਜ਼ੀ ਆ ਕਿ ਤੁਸੀਂ ਲੈ ਆਓ ਹਰਬਸ ਵਗੈਰਾ, ਇੱਕ ਪਰਟੀਕੂਲਰ ਏਰੀਆ ਮੇਜਰ ਕਰਕੇ ਉਹਨਾਂ ਨੂੰ ਵਾਸ਼ ਕਰਕੇ ਫਿਲਟਰ ਪੇਪਰ ਨਾਲ, ਮਸਲਿਨ ਕਲੋਥ ਨਾਲ ਅੱਛੇ ਤਰੀਕੇ ਨਾਲ ਮਿੱਟੀ ਸਾਫ਼ ਕਰ ਲਓ, ਪਾਣੀ ਸਾਫ਼ ਕਰ ਲਓ। ਫਿਰ ਉਹਨਾਂ ਨੂੰ ਓਵਰਨਾਈਟ, ਇੱਕ ਨਾਈਟ ਲਈ ਅਵਨ ਜਿਹੜੇ ਜਿੱਦਾਂ ਤੁਸੀਂ ਜ਼ੂਲੌਜੀ ਲੈਬ 'ਚ ਦੇਖਿਆ ਉਹ 'ਚ ਰੱਖ ਦਿਓ। ਹਰ ਪਲਾਂਟ ਸਪੀਸ਼ੀਜ਼ ਲਈ ਅਲੱਗ-ਅਲੱਗ ਟੈਂਪਰੇਚਰ ਸੈੱਟ ਹੋਏਗਾ, ਅਤੇ ਉਹਨੂੰ ਫਿਰ ਅਗਲੇ ਦਿਨ ਕੱਢ ਕੇ ਉਹਦਾ ਡਰਾਈ ਵੇਟ ਫਾਈਂਡ ਕਰ ਲਓ। ਫਰੈਸ਼ ਵੇਟ ਮਾਈਨਸ ਡਰਾਈ ਵੇਟ, ਇਹ ਹੋ ਗਿਆ ਤੁਹਾਡਾ ਬਾਇਓਮਾਸ। ਅਤੇ ਜੇ ਅਸੀਂ ਟੈਰੇਸਟਰੀਅਲ ਈਕੋਸਿਸਟਮ ਦੀ ਗੱਲ ਕਰੀਏ ਤਾਂ ਪ੍ਰੋਡਿਊਸਰਸ ਦਾ ਬਾਇਓਮਾਸ ਜਿਹੜਾ ਜ਼ਿਆਦਾ ਹੋਏਗਾ, ਹੈ ਨਾ। ਔਰ ਜਿੱਦਾਂ ਜਿੱਦਾਂ ਟ੍ਰੋਫਿਕ ਲੈਵਲ ਵਧੀ ਜਾਣਾ ਆ, ਉੱਪਰ ਨੂੰ ਜਾਈ ਜਾਣਾ ਆ, ਬਾਇਓਮਾਸ ਜਿਹੜਾ ਆ ਉਹ ਰਿਡਿਊਸ ਹੋਈ ਜਾਣਾ, ਘਟੀ ਜਾਣਾ। ਇਸ ਕਰਕੇ ਟੈਰੇਸਟਰੀਅਲ ਈਕੋਸਿਸਟਮ 'ਚ ਇਹ ਬਾਇਓਮਾਸ ਜਿਹੜਾ ਆ ਉਹ ਅਪਰਾਈਟ ਹੁੰਦਾ। ਬੇਟੇ ਹੁਣ ਬਾਇਓਮਾਸ ਮਤਲਬ ਕਿ ਇੱਕ ਤਰ੍ਹਾਂ ਦੀ ਕਹਿ ਲਓ ਕਿ ਜਿੰਨਾ
कुछ एनर्जी उन्हें अपने मान लो अगर 1000 kg प्लांट्स आ तो उन्हां ते 100 kg हरबीवोरस जिहड़े आ डिपेंडेंट होणगे। मतलब 10% बायोमास ही ऑर्गेनिक मैटर लिविंग असी गल कीती है तो 10% बायोमास ही ट्रांसफर हुंदा है फ्रॉम वन ट्रॉफिक लैवल टू सैकेंड ट्रॉफिक लैवल। इस करके ये टैरेस्ट्रियल ईकोसिस्टम दे विच ग्रासलैंड और फॉरेस्ट दे विच तां ये अपराइट हुंदा है पिरामिड ऑफ बायोमास। लेकिन जे असी गल करिए पिरामिड ऑफ बायोमास इन इक्वेटिक इकोसिस्टम तो ये पुट्ठा हुंदा आ कि प्रोड्यूसर्स दा बायोमास जिहड़ा घट हुंदा आ, हरबीवोरस दा ज़्यादा हुंदा, कार्नीवोरस दा होर ज़्यादा हुंदा। इस करके ये बायोमास पिरामिड जिहड़ा आ इनवर्टेड हुंदा आ इन इक्वेटिक इकोसिस्टम। फिर असी एनर्जी की गल करिए पिरामिड ऑफ एनर्जी तो बेटा ये पिरामिड ऑफ एनर्जी तो अपराइट ही हुंदा आ क्योंकि प्रोड्यूसर्स नूं हरबीवोरस ने ही खाना है। ऐ नहीं हैगा कि प्रोड्यूसर्स नूं हरबीवोरस खांदे आ पर हरबीवोरस नूं प्रोड्यूसर्स नहीं खा सकते। तो एनर्जी हमेशा एक ट्रॉफिक लैवल तो दूसरे ट्रॉफिक लैवल च मूव करनी है, कदे भी बैक मूव नहीं करती हैगी, पुट्ठी मूव नहीं करती हैगी। ताही असी कहने फ्लो ऑफ एनर्जी इज़ यूनी डायरैक्शनल। मतलब आ ट्रॉफिक लैवल आ नीचे फूड चेन बनया भी होया है, आह फूड चेन आ। चाहे हुण असी इक्वेटिक इकोसिस्टम की गल कर लीए, ग्रासलैंड इकोसिस्टम की गल कर लीए तो जिहड़ा पिरामिड ऑफ एनर्जी आ ये हमेशा अपराइट ही मूव करना है क्योंकि एनर्जी ये नहीं हैगा कि शेर ने जे भालू नूं खाधा तो भालू भी शेर नूं खा लेगा। नो, ये हमेशा यूनी डायरैक्शनली मूव करनी है। ताही पिरामिड ऑफ एनर्जी हर इकोसिस्टम दे विच अपराइट हुंदा है, चाहे वो इक्वेटिक है चाहे टैरेस्ट्रियल है। फिर बेटा असी गल करते हैं एनर्जी फ्लो। ये तो मैं तुहानूं हुणे ही दस ही दिता कि यूनी डायरैक्शनल हुंदा है, हमेशा एक ट्रॉफिक लैवल तो उपर नूं ही मूव करती है, कदे भी उपरों थल्ले नूं नहीं मूव करती हैगी एनर्जी। बस इन्ना ये याद रखना है 10% लॉ। 10% का मतलब कि जिन्नी भी एनर्जी सन तो आती है प्लांट्स लेंदे आ, क्लोरोफिल करते आ, क्लोरोफिल की हैल्प नाल फोटोसिंथेसिस करते आ, एनर्जी बनाते आ, ਉਹਦੇ ਵਿੱਚੋਂ कुछ एनर्जी ऐसा हीट लॉस हो जानी आ, कुछ एनर्जी इन्होंने अपने लिए रखनी आ, सिर्फ 10% एनर्जी मूव करनी आ फर्स्ट ट्रॉफिक लैवल तो सैकेंड। फिर उस 10% चों इन्हें कुछ अपने कोल रख लैनी आ ते थोड़ी जिहड़ी आ वो मूव कर जानी आ टू अदर ट्रॉफिक लैवल। इदां ही इनू असी कहने 10% लॉ ऑफ एनर्जी कि चाहे जिन्नी एनर्जी बने ਉਹਦੇ ਵਿੱਚੋਂ सिर्फ 10% एनर्जी ही हायर ट्रॉफिक लैवल्स ਨੂੰ 1 by 1 मूव होनी है। बाकी एनर्जी चाहे वो वापस चल जाए इन द फॉर्म ऑफ हीट, चाहे वही ऑर्गेनिजम्स उन्होंने स्टोर करके रख लैन, अपने लिए कंज्यूम करन, अपनी बॉडी ਨੂੰ वार्म अप करन ਲਈ रखन, वो डिपेंड करूगा। इस करके यूनी डायरैक्शनल फ्लो ऑफ एनर्जी हमेशा हुंदा है। तो ये सीगा फ्लो ऑफ एनर्जी एट डिफरेंट ट्रॉफिक लैवल्स। ये तो सन तो आए प्रोड्यूसर्स, इन्हों कार्नीवोरस ने सॉरी प्राइमरी कार्नीवोरस, इन्हों सैकेंडरी नूं टर्शरी जिहड़े सारे मरे डीकंपोजर्स ने खादा, डीकंपोजर्स फिर मिट्टी च मिल गए ऑर्गेनिक मैटर, इन्हों प्रोड्यूसर्स ने लै लिया। टर्शरी नूं टॉप कार्नीवोरस ने खादा, ये मरे फिर मिट्टी च मिल गई, मिट्टी तो फिर प्रोड्यूसर्स ने लै लिया। तो इदां ही जिहड़ा साइकिल है वो चलता रहिंदा एनर्जी फ्लो का। फिर बेटा असी गल करांगे बायोजिओकैमिकल साइकिल। ये 3 साइकिल तुहाडे सिलेबस च हैगे आ, कार्बन, नाइट्रोजन ते फॉस्फोरस। पहला सल्फर भी सीगा लेकिन आई थिंक पिछले साल सल्फर कड्ढता है, होया तो आपां पढ़ लांगे, मैं चैक कर लूँगी एक बारी। हुण जिहड़े भी आ उपर असी पढ़िया है कि न्यूट्रीएंट्स जिहड़े ट्रांसफर हुंदे आ फ्रॉम वन ट्रॉफिक लैवल टू अनदर, फिर मिट्टी च मिलते हैं, मिट्टी तो एटमोसफेयर या फिर ती प्रोड्यूसर्स कंज्यूम करते हैं, उत्तों फिर सॉइल्स। ये जिहड़ा मूवमेंट आ इनू असी कहने बायोजिओकैमिकल साइकिल। तीनों साइकिल्स बहुत ईजी है बेटा,
ਜੇ ਅਸੀਂ ਕਾਰਬਨ ਸਾਈਕਲ ਦੀ ਗੱਲ ਕਰੀਏ ਤਾਂ ਕਾਰਬਨ ਡਾਈਆਕਸਾਈਡ ਜਿਹੜੀ ਐਟਮੋਸਫੇਅਰ 'ਚ ਪ੍ਰੈਜ਼ੈਂਟ ਹੁੰਦੀ ਆ ਉਹਨੂੰ ਪਲਾਂਟਸ ਲੈਂਦੇ ਆ ਡਿਊਰਿੰਗ ਫੋਟੋਸਿੰਥੇਸਿਸ। ਪਲਾਂਟਸ ਨੂੰ ਹਰਬੀਵੋਰਸ ਨੂੰ ਕਾਰਨੀਵੋਰਸ ਖਾਂਦੇ ਆ। ਇਹ ਲੋਕ ਸਾਹ ਲੈਂਦੇ ਆ ਤਾਂ ਐਟਮੋਸਫੇਅਰ 'ਚ ਚਲੇ ਜਾਂਦੀ ਆ ਉਹੀ CO2। ਅਗਰ ਇਹਨਾਂ ਦਾ ਡੈਥ ਡਿਕੇ ਹੁੰਦੀ ਆ, ਇਹਨਾਂ 'ਤੇ ਡੀਕੰਪੋਜ਼ਰਸ ਵਗੈਰਾ ਵੀ ਫੀਡ ਕਰਦੇ ਆ, ਹੈ ਨਾ, ਔਰ ਇਹ ਡੀਕੰਪੋਜ਼ਰਸ ਦੇ ਥਰੂ ਫਿਰ ਤੇ ਐਟਮੋਸਫੇਅਰ 'ਚ ਚਲੇ ਜਾਂਦੀ ਆ। ਅਗਰ ਇਹਨਾਂ ਦਾ ਕੰਬਸ਼ਨ ਮਤਲਬ ਇਹ ਕਿਸੇ ਫੋਰੈਸਟ ਫਾਇਰ 'ਚ ਜਲ ਜੁਲ ਜਾਣ ਤਾਂ ਫਿਰ ਇਹ ਚਾਰਕੋਲ ਜਾਂ ਕਾਰਬਨ ਡਾਈਆਕਸਾਈਡ ਜਿਹੜੀ ਧੂਏਂ 'ਚ ਕਾਰਬਨ ਨਿਕਲਦੀ ਉਹ ਮੂਵ ਕਰ ਜਾਂਦੀ ਹੈ ਐਟਮੋਸਫੇਅਰ 'ਚ। ਸੇਮ ਵੇ ਅਗਰ ਕੈਮੀਕਲ ਮਤਲਬ ਕੋਲਾ ਵਗੈਰਾ ਜਲਾਉਂਦੇ ਆ, ਪੈਟਰੋਲੀਅਮ ਵਗੈਰਾ, ਤਾਂ ਫਿਰ ਇਹ ਥਰੂ ਕੰਬਸ਼ਨ ਐਕਟੀਵਿਟੀਜ਼ ਐਟਮੋਸਫੇਅਰ 'ਚ ਚਲੇ ਜਾਂਦੀ ਹੈ। ਤਾਂ ਇਸ ਤਰ੍ਹਾਂ ਕਾਰਬਨ ਜਿਹੜੀ ਆ ਉਹ ਮੂਵ ਕਰਦੀ ਰਹਿੰਦੀ ਆ ਫਰੋਮ ਐਟਮੋਸਫੇਅਰ ਟੂ ਸੋਇਲ ਤੋਂ ਪਲਾਂਟਸ ਐਨੀਮਲਸ ਦੇ ਵਿੱਚ, ਪਲਾਂਟਸ ਐਨੀਮਲਸ ਤੋਂ ਫਿਰ ਤੀ ਐਟਮੋਸਫੇਅਰ ਦੇ ਵਿੱਚ। ਇਸੇ ਤਰ੍ਹਾਂ ਨਾਈਟ੍ਰੋਜਨ ਸਾਈਕਲ ਵੀ ਬਹੁਤ ਈਜ਼ੀ ਆ ਬੇਟੇ। ਤੁਸੀਂ ਸਾਈਕਲ ਬਣਾ ਦੇਣਾ ਆ ਔਰ ਜਿਵੇਂ ਸਾਈਕਲ ਬਣਾਓਗੇ ਉਹੀ 4-5 ਲਾਈਨਸ 'ਚ ਤੁਸੀਂ ਲਿਖ ਦੇਣਾ ਆ। ਐਟਮੋਸਫੇਰਿਕ ਨਾਈਟ੍ਰੋਜਨ ਨੂੰ ਹੁਣ ਪਲਾਂਟਸ ਕਦੇ ਵੀ ਅਬਜ਼ੋਰਬ ਨਹੀਂ ਕਰ ਪਾਉਂਦੇ। ਇਹਨਾਂ ਨੂੰ ਅਵੇਲੇਬਲ ਫਾਰਮ 'ਚ ਪਹਿਲਾਂ ਥਰੂ ਲਾਈਟਨਿੰਗ, ਬਾਇਓਲੋਜੀਕਲ ਫਿਕਸੇਸ਼ਨ ਇਹ ਕਨਵਰਟ ਹੁੰਦੇ ਆ ਟੂ ਨਾਈਟ੍ਰਾਈਟ, ਅਮੋਨੀਆ। ਫਿਰ ਇਸ ਫਾਰਮ 'ਚ ਇਹਨੂੰ ਪਲਾਂਟਸ ਲੈਂਦੇ ਆ। ਪਲਾਂਟਸ ਤੋਂ ਨੂੰ ਐਨੀਮਲਸ ਖਾਂਦੇ ਆ। ਇਹਨਾਂ ਦੀ ਅਗਰ ਡੈਥ ਡਿਕੇ ਹੋ ਗਈ ਐਕਸਕ੍ਰੀਟਾ ਦੇ ਥਰੂ, ਸਾਹ ਦੇ ਥਰੂ, ਇਸ ਜਿਹੜਾ ਆ ਮਿੱਟੀ 'ਚ ਮਿਲ ਜਾਂਦਾ ਆ। ਮਿੱਟੀ 'ਚ ਫਿਰ ਇਹਦਾ ਅਮੋਨੀਫਿਕੇਸ਼ਨ, ਨਾਈਟ੍ਰੀਫਿਕੇਸ਼ਨ ਹੋ ਕੇ ਕਨਵਰਜਨ ਹੁੰਦੀ ਆ ਅਤੇ ਇਸ ਤਰ੍ਹਾਂ ਇਹ ਲਾਈਫ ਸਾਈਕਲ ਜਿਹੜਾ ਆ ਚੱਲਦਾ ਰਹਿੰਦਾ ਆ। ਔਰ ਦੁਬਾਰਾ ਇਹ ਐਟਮੋਸਫੇਅਰ 'ਚ ਵੀ ਚਲੇ ਜਾਂਦੀ ਹੈ। ਐਟਮੋਸਫੇਅਰ ਤੋਂ ਫਿਰ ਤੇ ਸੋਇਲ 'ਚ ਆ ਕੇ ਪਲਾਂਟਸ ਐਨੀਮਲਸ 'ਚ ਮੂਵ ਕਰਦੀ ਰਹਿੰਦੀ ਹੈ। ਇਹ ਹੋ ਗਿਆ ਨਾਈਟ੍ਰੋਜਨ ਸਾਈਕਲ। ਇਹ ਤੁਸੀਂ ਇੰਨਾ ਪੜ੍ਹ ਲਿਓ ਅਤੇ ਰਿਐਕਸ਼ਨ ਨਹੀਂ ਵੀ ਲਿਖਿਆ ਨੋ ਮੈਟਰ, ਬਸ ਤੁਸੀਂ ਸਾਈਕਲ ਜੋ ਬਣਾਉਣਾ ਆ ਉਸ ਸਾਈਕਲ ਦੇ ਥਰੂ ਸਾਰਾ ਜਿਹੜਾ ਲਿਖ ਦੇਣਾ ਆ ਆਪਣੇ ਪੁਆਇੰਟਸ ਬਣਾ ਕੇ। ਹੁਣ ਫਾਸਫਰਸ ਸਾਈਕਲ ਵੀ ਬੇਟਾ ਐਂ ਹੀ ਚੱਲਣਾ ਹੈਗਾ ਆ ਕਿ ਸੈਡੀਮੈਂਟਸ 'ਚ ਫਾਸਫਰਸ ਹੁੰਦਾ ਆ। ਸੈਡੀਮੈਂਟਸ ਮੰਨ ਲਓ ਇਹ ਕ੍ਰਿਸਟਲਾਈਜ਼ਡ ਫਾਰਮ 'ਚ ਪ੍ਰੈਜ਼ੈਂਟ ਆ, ਹੈ ਨਾ। ਸਮੁੰਦਰ ਵਗੈਰਾ 'ਚ ਵੀ ਜਿਹੜੇ ਸੈਡੀਮੈਂਟਸ ਰਿਵਰਸ ਵਗੈਰਾ 'ਚ ਪ੍ਰੈਜ਼ੈਂਟ ਆ ਉੱਥੇ ਵੀ ਫਾਸਫਰਸ ਹੋ ਸਕਦਾ ਆ। ਹੁਣ ਇਹ ਫਾਸਫਰਸ ਜਿਹੜਾ ਆ ਚਾਹੇ ਪਲਾਂਟਸ ਲੈ ਲੈਣ, ਹੈ ਨਾ, ਜਿਹੜੇ ਸੀਵੀਡਸ ਵਗੈਰਾ ਹੈਗੇ ਆ ਉਹ ਲੈ ਲੈਂਦੇ ਆ। ਉਹਨਾਂ ਨੂੰ ਜਿਹੜੇ ਖਾਂਦੇ ਆ ਉਹਨਾਂ 'ਚ ਫਾਸਫਰਸ ਚਲੇ ਜਾਂਦਾ ਆ। ਫਿਰ ਉਹਨਾਂ ਨੂੰ ਚਾਹੇ ਐਕਸਕ੍ਰੀਟਾ ਦੇ ਥਰੂ ਵਾਪਸ ਉਸੇ ਸਬਸਟ੍ਰੈਟਮ 'ਤੇ ਜਾਂ ਹੈਬੀਟੈਟ 'ਚ ਚਲੇ ਜਾਂਦਾ ਆ। ਅਗਰ ਡੈਥ ਡਿਕੇ ਹੋ ਗਈ ਤਾਂ ਸੋਇਲ 'ਚ ਜਾਂ ਪਾਣੀ 'ਚ ਮੂਵ ਕਰ ਜਾਣਾ ਆ। ਉੱਥੋਂ ਫਿਰ ਇਹ ਜਿਹੜੇ ਐਟਮੋਸਫੇਅਰ 'ਚ ਚਲੇ ਜਾਣੇ ਆ। ਅਗਰ ਬੈਕਟੀਰੀਅਲ ਡੀਕੰਪੋਜੀਸ਼ਨ ਹੋਇਆ ਤਾਂ ਵੀ ਇਹ ਮੂਵ ਕਰੀ ਜਾਣੇ ਆ ਫਰੋਮ ਕਹਿ ਲਓ ਐਟਮੋਸਫੇਅਰ ਟੂ ਸੋਇਲ ਤੋਂ ਪਲਾਂਟਸ ਐਨੀਮਲਸ ਦੇ ਵਿੱਚ, ਐਨੀਮਲਸ ਪਲਾਂਟਸ ਤੋਂ ਫਿਰ ਚਾਹੇ ਉਹ ਡੈਥ ਹੋ ਕੇ ਉਹਨਾਂ ਦੀ, ਚਾਹੇ ਉਹ ਵੇਸਟ ਮਟੀਰੀਅਲ ਜਿਹੜਾ ਬਾਹਰ ਕੱਢਦੇ ਆ, ਚਾਹੇ ਉਹ ਜਲਦੇ ਆ, ਅਸੀਂ ਜਲਾਉਂਦੇ ਆ ਜਾਂ ਫੋਰੈਸਟ ਫਾਇਰ ਦੇ ਥਰੂ। ਐਨੀ ਹਾਓ ਤਿੰਨੋਂ ਚਾਰੋਂ ਮੈਥਡਸ ਨਾਲ ਸੋਇਲ ਐਟਮੋਸਫੇਅਰ ਤੋਂ ਸੋਇਲ ਤੋਂ ਪਲਾਂਟਸ ਐਨੀਮਲਸ, ਇੱਦਾਂ ਹੀ ਇਹ ਸਾਰੇ ਜਿਹੜੇ ਸਾਈਕਲਸ ਆ ਮੂਵ ਕਰੀ ਜਾਣੇ ਆ। ਠੀਕ ਹੈ। ਆਹ ਕੁਐਸਚਨ ਆ ਬੁੱਕ ਦੇ, ਜੇ ਤੁਸੀਂ ਦੇਖਣਾ ਚਾਹੁੰਦੇ ਆ ਦੇਖ ਲਿਓ, ਅਦਰਵਾਈਜ਼ ਆਪਣਾ ਚੈਪਟਰ ਜਿਹੜਾ ਇੱਥੇ ਕੰਪਲੀਟ ਹੋ ਗਿਆ। ਆਪਾਂ ਹੁਣ ਨੈਕਸਟ ਚੈਪਟਰ ਸਟਾਰਟ ਕਰਾਂਗੇ। ਉਹ ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਵੈਸੇ ਤਾਂ ਤੁਸੀਂ ਸਾਰਾ ਪੜ੍ਹਿਆ ਹੀ ਹੋਣਾ ਆ ਆਪਣੇ +1 +2 'ਚ, ਕਿਤੇ ਇਕੋਲੋਜੀ ਸੀਗੀ ਸ਼ਾਇਦ +2 'ਚ, ਇਸ ਕਰਕੇ ਟਫ ਕੁਛ ਨਹੀਂ ਹੈਗਾ। ਵਿਦ ਦਿਸ ਇਹ ਵਾਲਾ ਚੈਪਟਰ ਕੰਪਲੀਟ ਹੋ ਗਿਆ। ਨੈਕਸਟ ਚੈਪਟਰ ਆਪਾਂ ਕੱਲ੍ਹ ਸਟਾਰਟ ਕਰਾਂਗੇ। ਗੁੱਡ ਬਾਏ।